लोग साडे कोले आके अरदासां कर जांदे सी, बाबा तेरियां बेरियां वढ़ दे, इन्हां दी जड़ां वढ़। ये चिट्टे रंग का कीड़ा जो तुसीं देखो इनू दब के तो ये चों जिवें लाल खून वर्गा निकल जाता है। ਅਸੀਂ ਜਿਹੜੇ ਗੁਰੂ ਸਾਹਿਬ ਦੀ ਦਿੱਤੀਆਂ ਨਿਸ਼ਾਨੀਆਂ ਉਹਨਾਂ ਨੂੰ ਵੀ ਜਿੰਦਾ ਮੰਨਦੇ ਆ ਤੇ ਹੈ ਵੀ ਜਿੰਦਾ ਨੇ, ਸਾਡੇ ਨਾਲ ਗੱਲਾਂ ਕਰਦੀਆਂ। ਜਦੋਂ ਆਈਏ ਪਤਾ ਲੱਗ ਜਾਂਦਾ ਵੀ ਬੇਰੀ ਨੂੰ ਕੀ ਪ੍ਰੋਬਲਮ ਹੈ, ਜਿਵੇਂ ਸਾਨੂੰ ਬੋਲ ਕੇ ਦੱਸਦੇ। ਅਸੀਂ ਕਾਂਡ ਛਾਂਡ ਤੋਂ ਸ਼ੁਰੂ ਕਰਦੇ ਆ ਤਾਂ ਕਿ ਇਹਦੇ ਜਿਹੜੇ ਆਂਡੇ ਨੇ, ਬੱਚੇ ਨੇ, ਉਹ ਉਹਨਾਂ ਨੂੰ ਅਸੀਂ ਖਤਮ ਕਰ ਸਕੀਏ। ਬੇਰੀਆਂ ਮੁਕੱਦਸ ਸੀ, ਕੱਟਣਾ ਤਾਂ ਅਸੀਂ ਬਹੁਤ ਸਾਡੀ ਸੋਚ ਤੋਂ ਉੱਪਰ ਦੀ ਗੱਲ ਸੀ। ਬਹੁਤ ਅਰਦਾਸ ਰਜੋਈ ਕਰਕੇ ਅਸੀਂ ਪਰਮਿਸ਼ਨ ਲੈ ਕੇ ਅਸੀਂ ਕਟਾਈ ਸ਼ੁਰੂ ਕੀਤੀ। ਕਿ ਸਾਡਾ ਇੰਨੀ ਸੋਚ ਸੀਗੀ ਕਿ ਅਸੀਂ ਬੇਰੀ ਦੀ ਦਿੱਖ ਖਰਾਬ ਨਹੀਂ ਕਰਨੀ, ਇਹਦੀ ਦਿੱਖ ਪੁਰਾਤਨ ਰੱਖਣੀ। ਨਹੀਂ ਤਾਂ ਜੇ ਅਸੀਂ ਇਹਨੂੰ ਨਵਿਆਉਣਾ ਹੁੰਦਾ ਨਾ ਤੇ ਹੁਣ ਤੱਕ ਅਸੀਂ ਇਹ ਬੇਰੀਆਂ ਐ ਲੱਗਦੀਆਂ ਕਿ ਜਿਵੇਂ 10 ਸਾਲ ਪਹਿਲਾਂ ਲਾਈਆਂ ਸੀ। ਕੁਛ 20-25 ਸਾਲ ਪਹਿਲਾਂ ਕਿਸੇ ਏਜੰਸੀ ਨੇ ਇਹਦੀ ਕਾਰਬਨ ਡੇਟਿੰਗ ਕਰਾਈ ਸੀ। ਕਾਰਬਨ ਡੇਟਿੰਗ ਹੁੰਦੀ ਆ ਜਿਹਦੇ ਵਿੱਚ ਅਸੀਂ ਬੇਰੀ ਦੀ ਉਮਰ ਜਿਹੜੀ ਆ ਜਾਂ ਕਿਸੇ ਵੀ ਰੁੱਖ ਦੀ ਉਮਰ ਆ ਉਹ ਜੱਜ ਕਰ ਸਕਦੇ ਹਾਂ। ਸੋ ਇਹਦੀ ਉਮਰ ਆਲਮੋਸਟ ਉਸ ਵੇਲੇ 500 ਸਾਲ ਸੀ। ਅੱਜ ਤੋਂ ਇਹ 20-25 ਸਾਲ ਪਹਿਲਾਂ ਦੀ ਗੱਲ ਹੈ, ਅਸੀਂ ਕਿਤਾਬਾਂ 'ਚ ਪੜ੍ਹਦੇ ਹਾਂ। ਮੈਂ ਡਾਕਟਰ ਸੰਦੀਪ ਸਿੰਘ, ਸੀਨੀਅਰ ਕੀਟ ਵਿਗਿਆਨੀ, यूनिवर्सिटी का बागबानी विभाग, पंजाब खेतीबाड़ी यूनिवर्सिटी लुधियाना तो इत्थे आए हाँ। सो साडी टीम असी 3 मैंबर हाँ। मैं डॉक्टर संदीप सिंह, मेरे साथी डॉक्टर जसविंदर सिंह बराड़, डॉक्टर करमवीर सिंह। सो असी पिछले 10-12 सालों तो जिहड़ा दरबार साहब कंपलैक्स 3 बेरियां ने, बेर बाबा बुढ़ा साहब, दुखभंजनी बेरी ते लाची बेरी, उन्हां दी साਂਭ संभाल दी सेवा जिहड़ी SGPC ਵੱਲੋਂ ते पंजाब एग्रीकल्चर यूनिवर्सिटी ਵੱਲੋਂ सानू सौंपी गई है। साडा बेरी एक बहुत ही ट्रेडिशनल फ्रूट क्रॉप आ, साडा देसी जिहड़ा अपना कहंदे भी साडा ओरिजिनल क्रॉप है, इंडिया का ओरिजिन है इस फ्रूट क्रॉप का। तो अपने सारे पहला इतिहासक थावां दे उत्ते जां गुरुद्वारा साहिबान आ तो उत्थे अपने बेरियां दे दरख्त ही जिहड़े हैगे आ ओह आपां नूं देखण नूं मिलदे आ। कुछ 20-25 साल पहलों किसी एजेंसी ने इहदी कार्बन डेटिंग कराई सी। कार्बन डेटिंग हुंदी है जिहदे विच असीं बेरी दी उमर जिहड़ी आ जां किसी भी रुख दी उमर आ ओह जज कर सकदे हां। सो ਇਹਦੀ ਉਮਰ ਆਲਮੋਸਟ ਉਸ ਵੇਲੇ 500 ਸਾਲ ਸੀ। ਅੱਜ ਤੋਂ ਇਹ 20-25 ਸਾਲ ਪਹਿਲਾਂ ਦੀ ਗੱਲ ਹੈ, ਅਸੀਂ ਕਿਤਾਬਾਂ 'ਚ ਪੜ੍ਹਦੇ ਹਾਂ। ਇਸ ਵੇਲੇ ਭਾਰਤ ਦੀ ਸਭ ਤੋਂ ਪੁਰਾਤਨ ਬੇਰੀ ਜਿਹੜੀ ਆ ਬੇਰ ਬਾਬਾ ਬੁੱਢਾ ਸਾਹਿਬ ਆ ਤੇ ਇਹਦੀ ਉਮਰ ਜਿਹੜੀ ਆ ਇਹ ਆਲਮੋਸਟ 500 ਸਾਲ ਤੋਂ ਉੱਤੇ ਆ। ਅਸੀਂ ਜਿਹੜੇ ਗੁਰੂ ਸਾਹਿਬ ਦੀ ਦਿੱਤੀਆਂ ਨਿਸ਼ਾਨੀਆਂ ਉਹਨਾਂ ਨੂੰ ਵੀ ਜਿੰਦਾ ਮੰਨਦੇ ਆ ਤੇ ਹੈ ਵੀ ਜਿੰਦਾ ਨੇ, ਸਾਡੇ ਨਾਲ ਗੱਲਾਂ ਕਰਦੀਆਂ ਨੇ। ਜਦੋਂ ਆਈਏ ਪਤਾ ਲੱਗ ਜਾਂਦਾ ਵੀ ਬੇਰੀ ਨੂੰ ਕੀ ਪ੍ਰੋਬਲਮ ਹੈ, ਜਿਵੇਂ ਸਾਨੂੰ ਬੋਲ ਕੇ ਦੱਸਦੀ ਹੈ। ਸੋ ਅਸੀਂ ਪਿਛਲੇ 10-12 ਸਾਲਾਂ ਤੋਂ ਜਿਹੜਾ ਦਰਬਾਰ ਸਾਹਿਬ ਕੰਪਲੈਕਸ 'ਚ 3 ਬੇਰੀਆਂ ਨੇ, बेर बाबा बुढ़ा साहब, दुखभंजनी बेरी ते लाची बेरी, उन्हां दी साਂਭ संभाल दी सेवा जिहड़ी SGPC ਵੱਲੋਂ ते पंजाब एग्रीकल्चर यूनिवर्सिटी ਵੱਲੋਂ सानू सौंपी गई है। सो इहदी जिहड़ी बैकग्राउंड है, इहदी बैकग्राउंड ये है कि अज तो 20 साल पहलां जिहड़ियां ये 3 बेरियां काफ़ी ज़्यादा सुक गईयां सन ते SGPC ने साडी यूनिवर्सिटी नाल संपर्क साधिया। तो यूनिवर्सिटी ਵੱਲੋਂ साडी जिहड़ी ये ਸਾਡੇ ਤੋਂ ਪਹਿਲਾਂ ਵੀ ਕੁਝ ਵਿਗਿਆਨੀ ਆਉਂਦੇ ਰਹੇ ਤੇ ਹੁਣ ਪਿਛਲੇ 10-12 ਸਾਲਾਂ ਤੋਂ ਲਗਾਤਾਰ ਅਸੀਂ ਸਾਡੀ ਟੀਮ ਆ ਰਹੀ ਹੈ। 2012 ਦੇ ਵਿੱਚ ਮੇਨ ਜਿਹੜੀ ਸਾਡੀ ਦੁਖਭੰਜਨ ਬੇਰ ਆ ਉਹਦੇ ਨਾਲ ਇੱਕ ਛੋਟਾ ਬੇਰ ਦਾ ਰੁੱਖ ਸੀ ਜਿਹਨੂੰ ਅਕਸਰ ਸੰਗਤਾਂ ਥੱਲੇ ਜਿਹਦੇ ਇਸ਼ਨਾਨ ਕਰਦੀਆਂ ਸੀ। ਉਸ ਬੇਰ ਨੂੰ ਪ੍ਰੋਬਲਮ ਆ ਗਈ। ਜਿਵੇਂ ਗੁਰੂ ਪਾਤਸ਼ਾਹ ਨੇ ਸੇਵਾ ਦੇਣੀ ਸੀਗੀ, ਸਾਨੂੰ ਸ਼ਾਮ ਨੂੰ ਫੋਨ ਆਇਆ ਕਿ ਜੀ ਸਵੇਰੇ ਬੈਲਜੀਅਮ ਤੋਂ ਟੀਮ ਆਈ ਆ, ਕੋਈ ਐਕਸਪਰਟ ਆਇਆ ਤੇ ਉਹ ਬੇਰੀਆਂ ਨੂੰ ਟਰੀਟ ਕਰਨਾ ਚਾਹੁੰਦੇ ਆ। ਤਾਂ ਉਹ ਕਹਿ ਲਓ ਜੀ ਕਿ ਜਿਵੇਂ ਗੁਰੂ ਸਾਹਿਬ ਨੇ ਆਪ ਆਵਾਜ਼ ਮਾਰ ਕੇ ਸੇਵਾ ਦਿੱਤੀ ਵੀ ਨਹੀਂ, ਅਸੀਂ ਸਾਡਾ ਸਿਰਫ ਇੰਨਾ ਸੀ ਵੀ ਅਸੀਂ ਮੂਕ ਦਰਸ਼ਕ ਬਣ ਕੇ ਨਹੀਂ ਜਾਣਾ। ਇੱਕ ਸਿੱਖ ਹੋਣ ਦੇ ਨਾਤੇ ਸਾਡੀ ਸ਼ਰਧਾ ਜੁੜੀ ਸੀ। ਯੂਨੀਵਰਸਿਟੀ ਪੰਜਾਬ ਦੇ ਵਿੱਚ ਇੱਕ ਹੀ ਆ ਖੇਤੀਬਾੜੀ, ਉਹਦੇ ਕਰਕੇ ਪ੍ਰੋਫੈਸ਼ਨਲੀ ਇਨਵੋਲਵਡ ਸੀਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਜਿਹੜੇ ਪ੍ਰਬੰਧਕੀ ਨੇ ਮੈਂਬਰ ਨੇ ਜਾਂ ਕਹਿ ਲਓ ਆਫੀਸਰ ਨੇ, ਉਹ ਸਾਰੇ ਬੈਠੇ ਸੀਗੇ। ਸੋ ਉਸ ਮੀਟਿੰਗ ਦੇ ਵਿੱਚ ਜਦੋਂ ਵਿਚਾਰ ਤਰਕ ਵਿਤਰਕ ਹੋਇਆ ਤਾਂ ਉਸ ਵੇਲੇ ਕਾਫੀ ਸਾਰੀਆਂ ਗੱਲਾਂ ਜਿਹੜੀਆਂ ਨੇ ਸਾਡੀਆਂ ਉਸ ਵਿਗਿਆਨੀ ਨੇ ਵੀ ਮੰਨੀਆਂ ਵੀ ਸਾਡੇ ਇਲਾਕੇ ਦਾ ਇਹ ਰੁੱਖ ਨਹੀਂਗਾ, ਹੋ ਸਕਦਾ ਇਹ ਚੀਜ਼ਾਂ ਜਿਹੜੀਆਂ ਨੇ ਇਹਨੂੰ ਉਹਨਾਂ ਫਾਇਦਾ ਨਾ ਕਰਨ ਜਾਂ ਮਤਲਬ ਇਹਦਾ ਕੋਈ ਉਹਨਾਂ ਇਫੈਕਟ ਨਾ ਆਵੇ। ਮਤਲਬ ਸਾਰੇ ਪਰਪਸ ਦੇ ਵਿੱਚ ਇਸ 1-1.5 ਘੰਟੇ ਦੀ ਮੀਟਿੰਗ ਦੇ ਵਿੱਚ
ਗੁਰੂ ਰਾਮਦਾਸ ਨੇ ਇੰਨੀ ਕੁ ਕਿਰਪਾ ਕੀਤੀ ਕਿ ਇਹ ਸਾਰੀਆਂ ਅਥਾਰਟੀਜ਼ ਜਾਂ ਐਸਜੀਪੀਸੀ ਦੇ ਜਿਹੜੇ ਪ੍ਰਬੰਧਕੀ ਜਿਹੜੇ ਆਫੀਸਰ ਸੀਗੇ ਉਹਨਾਂ ਨੂੰ ਮੈਂ ਕਿਸੇ ਨਾ ਕਿਸੇ ਤਰੀਕੇ ਕਨਵਿੰਸ ਕਰ ਪਾਇਆ। ਸੋ ਅੱਜ ਤੋਂ ਤਕਰੀਬਨ 20-25 ਸਾਲ ਪਹਿਲਾਂ ਆਪਾਂ ਦੇਖਦੇ ਸੀ ਕਿ ਬੇਰੀਆਂ ਦੇ ਵਿੱਚ ਕਾਫੀ ਸੋਕ ਸੀ, ਬੇਰੀਆਂ ਦੀ ਹਾਲਤ ਆ ਜਿਹੜੀ ਉਹ ਖਸਤਾ ਹੋ ਚੁੱਕੀ ਸੀ ਕਿਉਂਕਿ ਇਹਨੂੰ ਕਈ ਤਰ੍ਹਾਂ ਦੇ ਕੀੜੇ ਮਕੌੜੇ ਬਿਮਾਰੀਆਂ ਲਗਾਤਾਰ ਲੱਗਦੇ ਰਹਿੰਦੇ ਆ। ਸੋ ਉਹਨਾਂ ਕਰਕੇ ਜਿਹੜੀਆਂ ਬੇਰੀਆਂ ਦਾ ਜਿਹੜਾ ਹੈਗਾ ਉਹ ਸੋਕ ਜ਼ਿਆਦਾ ਹੋ ਜਾਂਦੀ ਹੈ ਤੇ ਬੇਰੀਆਂ ਦੀ ਹਾਲਾਤ ਆ ਉਹ ਹੌਲੀ ਹੌਲੀ ਖਰਾਬ ਹੋ ਜਾਂਦੇ ਆ। ਅਸੀਂ ਜਦੋਂ ਇਸ ਪ੍ਰੋਜੈਕਟ ਨੂੰ ਸਾਂਭਿਆ, ਜਦੋਂ ਐਸਜੀਪੀਸੀ ਵੱਲੋਂ ਸਾਡੀ ਤੇ ਸਾਡੀ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਾਡੀ 3 ਮੈਂਬਰੀ ਟੀਮ ਦੀ ਜ਼ਿੰਮੇਵਾਰੀ ਲਾਈ ਗਈ। ਸੋ ਜਦੋਂ ਅਸੀਂ ਪਹਿਲਾਂ ਬੇਰੀਆਂ ਦੇਖਣ ਆਏ ਤਾਂ ਇੱਕਦਮ ਸਾਡਾ ਤਰਾਹ ਨਿਕਲਣ ਵਾਲੀ ਗੱਲ ਸੀ ਕਿਉਂਕਿ ਉਸ ਵੇਲੇ ਕਾਫੀ ਜ਼ਿਆਦਾ ਸੁੱਕੀਆਂ ਹੋਈਆਂ ਸੀ। ਫਿਰ ਚਲੋ ਕੁਝ ਗੁਰੂ ਰਾਮਦਾਸ ਜੀ ਦੀ ਮਿਹਰ ਤੇ ਜੋ ਸਾਨੂੰ ਥੋੜ੍ਹਾ ਬਹੁਤ ਸਾਡੀ ਜ਼ਿੰਦਗੀ ਦਾ ਆਪਣੇ ਵਿਸ਼ਿਆਂ ਦਾ ਕੀਟ ਵਿਗਿਆਨ ਦਾ ਤੇ ਮੇਰੇ ਸਾਥੀ ਜਿਹੜੇ ਬਾਗਬਾਨੀ ਨਾਲ ਨੇ, ਸੋ ਅਸੀਂ ਜੋ ਆਪਣਾ ਤਜਰਬਾ ਸੀ ਜ਼ਿੰਦਗੀ ਦਾ ਇਹਦੇ ਵਿੱਚ ਲਾਇਆ। ਔਗਣਵੰਤੀ ਝੂਰ ਬੇਰ ਦਾ ਰੁੱਖ ਇਦਾਂ ਦਾ ਰੁੱਖ ਆ ਜੀ ਕਿ ਜਿਹਨੂੰ ਹਰ ਸਾਲ ਫਲ ਨਵੇਂ ਪੱਤਿਆਂ ਤੇ ਆਉਂਦਾ, ਨਵੀਂ ਜਿਹੜੀ ਪੁੰਗਾਰ ਆਊਗੀ ਉੱਤੇ ਫਲ ਆਉਂਦਾ, ਪਿਛਲੇ ਸਾਲ ਦੀ ਗਰੋਥ ਤੇ ਫਲ ਨਹੀਂ ਆਉਂਦਾ। ਹੁਣ ਹੋਇਆ ਕੀ ਕਿ ਸਦੀਆਂ ਤੋਂ ਇਹ ਬੇਰੀਆਂ ਇੱਥੇ ਸਥਾਪਿਤ ਨੇ। ਹਰ ਸਾਲ ਬੇਰੀ ਦਾ ਫਲ ਜੜ ਤੋਂ ਦੂਰ ਹੁੰਦਾ ਗਿਆ, ਜਿਹਦੇ ਕਰਕੇ ਜਿਹੜਾ ਤਣੇ ਥਾਣੀ ਤੱਤ ਆਉਂਦੇ ਨੇ, ਪਾਣੀ ਆਉਂਦਾ ਆ, ਬੂਟੇ ਦਾ ਵਿਕਾਸ ਹੁੰਦਾ ਆ ਜਾਂ ਫਰੂਟ ਦਾ ਸਾਈਜ਼ ਹੁੰਦਾ ਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਨਿੱਘਰਦੀਆਂ ਗਈਆਂ, ਉਹਦੇ ਚ ਨਿਘਾਰ ਆਉਂਦਾ ਗਿਆ, ਉਹ ਮਾੜੀਆਂ ਹੁੰਦੀਆਂ ਗਈਆਂ। ਜੜ ਤੋਂ ਲੈ ਕੇ ਫਲ ਤੱਕ ਦਾ ਫਾਸਲਾ ਬਹੁਤ ਵੱਡਾ ਹੋ ਗਿਆ। ਮੈਂ ਤੁਹਾਨੂੰ ਇਹਦੀ ਥੋੜ੍ਹੀ ਜਿਹੀ ਬੈਕਗਰਾਉਂਡ ਦੱਸਣਾ ਚਾਹਾਂਗਾ ਵੀ ਇਹ ਬੇਰੀਆਂ ਸੁੱਕੀਆਂ ਕਿਉਂ। ਆਪਾਂ ਜਦੋਂ ਦਰਬਾਰ ਸਾਹਿਬ ਕੰਪਲੈਕਸ 'ਚ ਪ੍ਰਸ਼ਾਦ ਲੈਂਦੇ ਆ ਤਾਂ ਸ਼ਰਧਾ ਵਜੋਂ ਆਪਾਂ ਆਪਣੇ ਹੱਥ ਜਿਹੜੇ ਨੇ ਬੇਰੀਏ ਸਾਹਿਬ ਦੀਆਂ ਟਾਹਣੀਆਂ ਨਾਲ ਲਾ ਦਿੰਦੇ ਸੀ। ਸੋ ਉਹ ਜਿਹੜਾ ਜਿਵੇਂ ਆਪਣੇ ਸਰੀਰ ਤੇ ਮੁਸਾਮ ਹੁੰਦੇ ਨੇ, ਉਹ ਜੇ ਉੱਤੇ ਕੁਝ ਲਾ ਦਈਏ ਤਾਂ ਬੰਦ ਹੋ ਜਾਂਦੇ। ਸੋ ਆਪਣੇ ਜਿਹੜੇ ਉਹ ਬੇਰੀਆਂ ਦੇ ਦਰਖਤ ਦੇ ਉੱਤੇ ਕਹਿ ਲਓ ਵੀ ਜੋ ਸਾਹ ਪ੍ਰਣਾਲੀ ਵਾਲਾ ਸਿਸਟਮ ਸੀ ਉਹ ਪ੍ਰਸ਼ਾਦ ਦੇ ਹੱਥ ਲਾਉਣ ਨਾਲ ਉਹ ਬੰਦ ਹੋ ਗਿਆ। ਬੂਟੇ ਦੇ ਵਿੱਚ ਜਿਹੜਾ ਰਸ ਦਾ ਪ੍ਰਵਾਹ ਸੀ ਉਹ ਘਟ ਗਿਆ, ਬੰਦ ਹੋ ਗਿਆ, ਜਿਹਦੇ ਕਰਕੇ ਟਾਹਣੀਆਂ ਜਿਹੜੀਆਂ ਸੁੱਕ ਗਈਆਂ। ਸੋ ਜਦੋਂ ਟਾਹਣੀਆਂ ਸੁੱਕੀਆਂ ਉਹਨਾਂ ਦੇ ਉੱਤੇ ਲਾਖ ਦਾ ਕੀੜਾ, ਆਹ ਵਾਲਾ ਜਿਹੜਾ ਤੁਸੀਂ ਦੇਖ ਸਕਦੇ ਹੋ, ਇਹ ਚਿੱਟੇ ਰੰਗ ਦਾ ਕੀੜਾ, ਆਮ ਤੌਰ ਤੇ ਇਹ ਚਿੱਟੇ ਰੰਗ ਦਾ ਕੀੜਾ ਜੇ ਤੁਸੀਂ ਦੇਖੋ ਇਹਨੂੰ ਦੱਬ ਕੇ ਤਾਂ ਇਹਦੇ ਚੋਂ ਜਿਵੇਂ ਲਾਲ ਖੂਨ ਵਰਗਾ ਨਿਕਲ ਜਾਂਦਾ ਹੈ। ਪਿੰਡਾਂ 'ਚ ਕਈ ਵਾਰੀ ਕਹਿ ਦਿੰਦੇ ਵੀ ਬੇਰੀ 'ਚੋਂ ਖੂਨ ਨਿਕਲਿਆ ਆ। ਸੋ ਉਹ ਕੋਈ ਅੰਧ ਭਾਵਨਾ 'ਚ ਅੰਧ ਵਿਸ਼ਵਾਸ 'ਚ ਜਾਣ ਦੀ ਲੋੜ ਨਹੀਂ। ਉਹ ਲਾਖ ਦਾ ਕੀੜਾ ਹੁੰਦਾ ਹੈ। ਲਾਖ ਜਿਹੜਾ ਤੁਸੀਂ ਆਪਾਂ ਨੂੰ ਪਤਾ ਵੀ ਡਾਕਖਾਨੇ ਦੇ ਵਿੱਚ ਜਿਹੜਾ ਉਹ ਮੋਹਰਾਂ ਲਾਉਂਦੇ ਨੇ, ਲਾਲ ਮੋਹਰ, ਉਹ ਲਾਖ ਹੁੰਦੀ ਹੈ। ਸੋ ਇਹ ਜੇ ਤੁਸੀਂ ਦੇਖੋ ਤਾਂ ਇਹ ਲਾਖ ਦੇ ਕੀੜੇ ਦੀ ਅਗਲੀ ਅਵਸਥਾ ਹੈ। ਸਵੇਰੇ ਆਪਣੇ ਸੰਗਤਾਂ ਜਿਹੜੀਆਂ ਹੈਗੀਆਂ ਦਰਬਾਰ ਸਾਹਿਬ ਦੀ ਸੇਵਾ ਕਰਦੀਆਂ, ਉਹ ਪਾਣੀ ਵੀ ਕਈ ਵਾਰੀ ਜ਼ਿਆਦਾ ਪੈ ਜਾਂਦਾ। ਸੋ ਪਾਣੀ ਵੀ ਜਿਹੜਾ ਹੈਗਾ ਕਿਉਂਕਿ ਬੇਰ ਆ ਜਿਹੜਾ, ਇਹਨੂੰ ਪਾਣੀ ਦੀ ਜ਼ਰੂਰਤ ਨਹੀਂ ਹੁੰਦੀ। ਸੋ ਪਾਣੀ ਵੀ ਘਟਾਓ, ਇਹਨੂੰ ਦੇਗ ਵਾਲੇ ਹੱਥ ਨਾ ਲਾਓ। ਔਰ ਦੂਸਰਾ ਇਹ ਹੈ ਕਿ ਇਹਦੀ ਜਿਹੜੀ ਕਾਂਟ ਛਾਂਟ ਆ ਔਰ ਸਿਧਾਈ ਆ ਉਹ ਹਰ ਸਾਲ ਇਹਦੀ ਜਿਹੜੀ ਹੈਗੀ ਹੋਣੀ ਚਾਹੀਦੀ। ਜਦੋਂ ਪੁਰਾਣੀ ਲੱਕੜ ਜਿਹੜੀ ਅੰਦਰ ਇਕੱਠੀ ਹੋ ਜਾਂਦੀ ਆ, ਛਾਂ ਹੋਣ ਕਰਕੇ ਉਹਦੇ ਉੱਤੇ ਲਾਖ ਦਾ ਕੀੜਾ, ਉਹਦੇ ਉੱਤੇ ਸਿਉਂਕ, ਉਹਦੇ ਉੱਤੇ ਬਿਮਾਰੀਆਂ, ਇੱਕ ਤਰ੍ਹਾਂ ਦਾ ਇੱਕ ਝਰਮੱਟ ਬਣ ਜਾਂਦਾ ਚੀਜ਼ਾਂ ਦਾ, ਜਿਨ੍ਹਾਂ ਨੂੰ ਅਸੀਂ ਇਕੱਠਾ ਇੱਕਦਮ ਕੰਟਰੋਲ ਨਹੀਂ ਕਰ ਸਕਦੇ। ਓਵਰਆਲ ਇਹ ਕੁਝ ਚੀਜ਼ਾਂ ਸਾਲ ਦਰ ਸਾਲ ਅੰਦਰੋਂ ਬੇਰੀ ਨੂੰ ਖੋਖਲਾ ਕਰੀ ਗਈਆਂ। ਤੇ ਜਦੋਂ ਸਾਨੂੰ ਇਹਦੀ ਸੇਵਾ ਮਿਲੀ 2013 ਦੇ ਵਿੱਚ, 12-13 ਦੀ ਗੱਲ, ਮੈਂ ਸ਼ਾਇਦ 13 ਅਪ੍ਰੈਲ ਦੀ ਗੱਲ ਆ, ਜਦੋਂ ਸਾਨੂੰ ਇਹਦੀ ਸੇਵਾ ਮਿਲੀ ਤੇ ਅਸੀਂ ਗੁਰੂ ਸਾਹਿਬ ਨੂੰ ਅਰਦਾਸ ਕਰਕੇ ਸਿਰਫ ਇੱਕ ਬੇਨਤੀ ਕੀਤੀ ਸੀ ਕਿ ਮੇਰੀ ਪਹਿਲੀ ਬੇਨਤੀ ਗੁਰੂ ਸਾਹਿਬ ਤੁਸੀਂ ਮੰਨ ਲਈ ਆ, ਸਾਨੂੰ ਇਹ ਸੇਵਾ ਦਿੱਤੀ ਆ, ਹੁਣ ਸਮਰੱਥ ਵੀ ਤੁਸੀਂ ਦਿਓ, ਅਕਲ ਵੀ ਤੁਸੀਂ ਦਿਓ ਤੇ ਸਿਰ ਤੇ ਹੱਥ ਵੀ ਤੁਸੀਂ ਰੱਖਿਓ ਵੀ ਜੋ ਅਸੀਂ ਕਰਾਂਗੇ ਆਪਣੀ ਸੂਝ-ਬੂਝ ਮੁਤਾਬਕ ਜੋ ਤੁਸੀਂ ਅਸੀਂ ਹੁਣ ਤੱਕ ਸਿੱਖਿਆ, ਤੁਹਾਡੀ ਕਿਰਪਾ ਨਾਲ ਅਸੀਂ ਉਹਨੂੰ ਅਪਲਾਈ ਕਰ ਸਕੀਏ। ਬੇਰ ਬਾਬਾ ਬੁੱਢਾ ਸਾਹਿਬ ਜਿਹੜੀ ਤਿੰਨਾਂ ਬੇਰੀਆਂ ਦੇ ਵਿੱਚ ਬੇਰ ਬਾਬਾ ਬੁੱਢਾ ਸਾਹਿਬ ਦਾ ਜਿਹੜਾ ਹੈਗਾ ਦੱਖਣੀ ਪਾਸਾ ਹੈ, ਸਰੋਵਰ ਵਾਲਾ ਪਾਸਾ ਜਿਹੜਾ ਹੈਗਾ, ਉੱਥੇ ਥੋੜਾ ਜਿਹਾ ਕਿਉਂਕਿ ਕਈ ਵਾਰੀ ਇਹ ਹੁੰਦੀ ਹੈ ਕਿ ਧੁੱਪ ਤੇ ਸੈੱਲ ਦਾ ਸਵੇਲ ਉਸ ਸਾਈਡ ਤੇ ਜ਼ਿਆਦਾ ਹੁੰਦਾ, ਤਾਂ ਉੱਥੇ ਕੀੜਿਆਂ ਦੀ ਆਮਦ ਜ਼ਿਆਦਾ ਹੁੰਦੀ ਆ। ਬਾਕੀ ਜਿਹੜੀਆਂ ਹੈਗੀਆਂ ਦੋਨਾਂ ਬੇਰੀਆਂ ਨੂੰ ਬੇਰ ਲਾਚੀ ਸਾਹਿਬ ਬੇਰ ਜਿਹੜਾ ਹੈਗਾ ਜਾਂ ਦੁੱਖ ਭੰਜਨੀ ਬੇਰੀ ਆ, ਉਹਨਾਂ ਤੇ ਬਹੁਤ ਘੱਟ ਕੀੜੇ ਮਕੌੜੇ ਤੇ ਬਿਮਾਰੀਆਂ ਹੈ। ਪਰ ਜਿਹੜਾ ਬੇਰ ਬਾਬਾ ਬੁੱਢਾ ਸਾਹਿਬ ਆ, ਉਹਦੇ ਸਿਰਫ ਇੱਕ ਪਾਸੇ ਤੇ ਜ਼ਿਆਦਾ ਸਾਨੂੰ ਹਰ ਵਾਰ ਉਹਦੀ ਧਿਆਨ ਰੱਖਣਾ ਪੈਂਦਾ, ਉਹਦੀ ਕਟਾਈ ਵੀ ਥੋੜੀ ਜ਼ਿਆਦਾ ਕਰਨੀ ਪੈਂਦੀ ਹੈ ਔਰ ਉਹਦੀ ਜਿਹੜੀ ਮੈਨੇਜਮੈਂਟ ਆ ਉਹ ਸਾਨੂੰ ਚੰਗੀ ਤਰ੍ਹਾਂ ਕਰਨੀ ਪੈਂਦੀ ਹੈ। ਜੇ ਮੈਂ ਕੀੜਿਆਂ ਦੀ ਗੱਲ ਕਰਾਂ ਤਿੰਨਾਂ ਬੇਰੀਆਂ ਦੇ ਉੱਤੇ, ਤਾਂ ਸਭ ਤੋਂ ਜ਼ਿਆਦਾ ਕੀੜਾ ਜਿਹੜਾ ਬੇਰ ਬਾਬਾ ਬੁੱਢਾ ਸਾਹਿਬ ਤੇ ਆਉਂਦਾ। ਮੁੱਖ ਤੌਰ ਤੇ ਇਹਦੇ 'ਚ
ਜਦੋਂ ਸਾਡੀ ਟੀਮ ਨੇ ਕੰਮ ਕਰਨਾ ਸ਼ੁਰੂ ਕੀਤਾ ਸੀ ਉਦੋਂ ਇਹਦੇ ਤੇ ਮਾਈਟ ਆਉਂਦੀ ਸੀ। ਮਾਈਟ ਕੀੜਿਆਂ ਦੀ ਸ਼੍ਰੇਣੀ 'ਚ ਨਹੀਂ ਆਉਂਦੀ, ਉਹਨੂੰ ਭੂਰੀ ਜੂੰ ਕਹਿ ਦਿੰਦੇ ਆ। ਮਾਈਟ ਦਾ ਵੀ ਹਮਲਾ ਇਦਾਂ ਹੀ ਹੁੰਦਾ, ਇਦਾਂ ਹੀ ਪਪੜੀਆਂ ਬਣ ਜਾਂਦੀਆਂ। ਪਰ ਜਿਹੜਾ ਮਾਈਟ ਦੇ ਨਾਲੋਂ ਆ ਜਿਹੜਾ ਲਾਖ ਦਾ ਕੀੜਾ ਇਹ ਜ਼ਿਆਦਾ ਖਤਰਨਾਕ ਹੈ। ਸੋ ਜਿਹੜਾ ਸਤੰਬਰ ਦਾ ਮਹੀਨਾ ਇਹਦੇ ਵਾਧੇ ਲਈ ਜੋ ਇਸ ਵੇਲੇ ਨਮੀ ਚੱਲ ਰਹੀ ਹੈ, ਵਾਤਾਵਰਣ 'ਚ ਪੂਰੀ ਨਮੀ ਹੈ। ਦੂਸਰਾ ਜਿਹੜਾ ਸਰੋਵਰ ਨੇੜੇ ਹੋਣ ਕਰਕੇ ਉਹਦਾ ਵੀ ਇਹਦੇ ਤੇ ਅਸਰ ਰਹਿੰਦਾ ਹੈ। ਸੋ ਇਹ ਜਿਹੜਾ ਲਾਖ ਦਾ ਕੀੜਾ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਵੀ ਇਹਨਾਂ ਦੀ ਜਿਹੜੀ ਬੱਚਿਆਂ ਦੀ ਅਵਸਥਾ ਹੈ। ਸੋ ਅੱਜ ਅਸੀਂ ਇਹਦੀ ਚੰਗੀ ਤਰ੍ਹਾਂ ਰੋਕਥਾਮ ਕਰਕੇ ਸ਼ੁਰੂਆਤ ਜਿਹੜੀ ਹੁੰਦੀ ਤੁਸੀਂ ਦੇਖ ਰਹੇ ਹੋ, ਅਸੀਂ ਕਾਂਡ ਛਾਂਡ ਤੋਂ ਸ਼ੁਰੂ ਕਰਦੇ ਹਾਂ ਤਾਂ ਕਿ ਇਹਦੇ ਜਿਹੜੇ ਆਂਡੇ ਨੇ, ਬੱਚੇ ਨੇ, ਉਹ ਉਹਨਾਂ ਨੂੰ ਅਸੀਂ ਖਤਮ ਕਰ ਸਕੀਏ। ਉਸ ਤੋਂ ਬਾਅਦ ਅਸੀਂ ਨਿੰਮ ਦੀਆਂ ਦਵਾਈਆਂ ਜਿਹੜੀਆਂ ਨੇ ਆਪ ਆਪਣੀ ਯੂਨੀਵਰਸਿਟੀ 'ਚ ਬਣਾਉਂਦੇ ਹਾਂ। ਨਿੰਮ ਦੀ ਦਵਾਈ ਦੇ ਨਾਲ ਇਹਦੇ ਤੇ ਸਪਰੇਅ ਕਰਦੇ ਹਾਂ ਤਾਂ ਕਿ ਸਰੋਵਰ ਦੇ ਉੱਤੇ ਕੋਈ ਉਹਦਾ ਅੰਦਰ ਮੱਛੀਆਂ ਨੇ ਤੇ ਵਾਤਾਵਰਣ ਜਿਹੜਾ ਇੱਥੋਂ ਦਾ ਪਵਿੱਤਰ ਵਾਤਾਵਰਣ ਹੈ ਉਹ ਜਿਹੜਾ ਦੂਸ਼ਿਤ ਨਾ ਹੋਵੇ। ਸਾਡੇ ਇੱਥੇ 3 ਮਸਲੇ ਸੀ। ਪਹਿਲਾ ਮਸਲਾ ਸੀ ਬਹੁਤ ਸਾਰੀ ਸੋਕ ਦਾ ਇਕੱਠਾ ਹੋਣਾ। ਜਿੱਥੇ ਵੀ ਸੋਕ ਇਕੱਠੀ ਹੋ ਜਾਂਦੀ ਆ, ਡੈੱਡ ਲੱਕੜ ਇਕੱਠੀ ਹੋ ਜਾਂਦੀ, ਜਿਵੇਂ ਅਸੀਂ ਸਾਡਾ ਸਰੀਰ ਮੁਰਦਾ ਬਾਹਰ ਪਿਆ ਰਵੇ ਤਾਂ ਉਹ ਖਰਾਬ ਹੋ ਜਾਂਦਾ ਆ। ਨਾਰਮਲ ਆਪਾਂ ਤੁਰੇ ਫਿਰਦੇ ਆ, ਜੀਂਦੇ ਸਾਨੂੰ ਕੋਈ ਪ੍ਰੋਬਲਮ ਨਹੀਂ। ਇਸੇ ਤਰੀਕੇ ਜਦੋਂ ਲੱਕੜ ਮਰ ਜਾਂਦੀ ਆ, ਸੁੱਕ ਜਾਂਦੀ ਆ, ਉਹਦੇ ਤੇ ਕਾਫੀ ਸਾਰੀਆਂ ਜਿਹੜੀਆਂ ਨੇ ਉੱਲੀਆਂ, ਕੀੜੇ ਉਹਨੂੰ ਖਾਣ ਨੂੰ ਆ ਜਾਂਦੇ ਨੇ। ਜਦੋਂ ਉਹ ਕੀੜੇ ਉੱਥੇ ਆਪਣਾ ਘਰ ਬਣਾ ਲੈਂਦੇ ਨੇ, ਕੀੜੇ ਬਿਮਾਰੀਆਂ, ਫਿਰ ਉਹ ਜਦੋਂ ਸੁੱਕੀ ਲੱਕੜ ਮੁੱਕ ਜਾਂਦੀ ਆ ਫਿਰ ਨਰੋਈ ਨੂੰ ਮੂੰਹ ਮਾਰਦੇ ਆ। ਨਰੋਈ ਜਿਹੜੀ ਆ ਉਹ ਸੁੱਕਣੀ ਸ਼ੁਰੂ ਹੋ ਜਾਂਦੀ ਆ। ਅਲਟੀਮੇਟਲੀ ਇੱਕ ਸਾਰਾ ਸਿਸਟਮ ਜਿਹੜਾ ਖਰਾਬ ਹੋ ਜਾਂਦਾ। ਹੁਣ ਸਾਡੀ ਸਭ ਤੋਂ ਮੇਨ ਪ੍ਰੋਬਲਮ ਸੀ ਸੋਕ। ਸੋਕ ਲਈ ਸਾਨੂੰ ਕਟਾਈ ਕਰਨੀ ਜ਼ਰੂਰੀ ਸੀ। ਬੇਰੀਆਂ ਮੁਕੱਦਸ ਸੀ, ਕੱਟਣਾ ਤਾਂ ਸੀ ਬਹੁਤ ਸਾਡੀ ਸੋਚ ਤੋਂ ਉੱਪਰ ਦੀ ਗੱਲ ਸੀ। ਬਹੁਤ ਅਰਦਾਸ ਰਜੋਈ ਕਰਕੇ ਅਸੀਂ ਪਰਮਿਸ਼ਨ ਲੈ ਕੇ ਅਸੀਂ ਕਟਾਈ ਸ਼ੁਰੂ ਕੀਤੀ। ਕਟਾਈ ਇਸ ਤਰੀਕੇ ਨਾਲ ਕੀਤੀ ਕਿ ਸਾਡੇ ਕੋਲੇ ਸੰਗਤ ਆ ਕੇ ਕਈ ਵਾਰੀ ਸਾਨੂੰ, ਅਸੀਂ ਸਿੰਪਲ ਇੰਨਾ ਸੀਗਾ ਵੀ ਸਾਡੇ ਉੱਤੇ ਸਾਡੇ ਪਿਓ ਦਾ ਹੱਥ ਆ, ਅਸੀਂ ਜਿੱਦਾਂ ਕਰਾਂਗੇ ਸਾਡਾ ਸਭ ਠੀਕ ਹੋਊਗਾ। ਲੋਕ ਸਾਡੇ ਕੋਲੇ ਆ ਕੇ ਅਰਦਾਸਾਂ ਕਰ ਜਾਂਦੇ ਸੀ, ਬਾਬਾ ਤੇਰੀਆਂ ਬੇਰੀਆਂ ਵੱਢ ਦੇ, ਇਹਨਾਂ ਦੀ ਜੜ੍ਹਾਂ ਵੱਢ। ਇੱਥੋਂ ਤੱਕ ਅਸੀਂ ਸੁਣਿਆ ਸਾਰਾ ਕੁਝ, ਹੈ ਨਾ। ਸੋ ਬੇਰਾਂ ਦੇ ਦਰਖਤ ਦਾ ਇਹੋ ਹੀ ਕਰੈਕਟਰ ਹੈ ਕਿ ਜੇ ਅਸੀਂ ਕਮਰਸ਼ੀਅਲ ਬੇਰਾਂ ਦਾ ਬਾਗ ਵੀ ਲਾਇਆ ਹੈ ਤਾਂ ਹਰ ਸਾਲ ਮਈ ਮਹੀਨੇ ਦੇ ਵਿੱਚ ਅਸੀਂ ਪੂਰੀ ਬੇਰੀ ਵੱਢ ਦਿੰਦੇ ਆ। ਉਹਦੇ ਵਿੱਚੋਂ 80-85% ਬੇਰੀ ਉੱਪਰ ਵੱਢੀ ਜਾਂਦੀ ਆ ਔਰ ਅਗਲੇ ਸਾਲ ਉਹ ਇੰਨੀ ਜ਼ਿਆਦਾ ਫੈਲ ਜਾਂਦੀ ਆ ਕਿ ਤੁਹਾਨੂੰ ਬਾਗ ਦੇ ਵਿੱਚੋਂ ਲੰਘਣਾ ਵੀ ਮੁਸ਼ਕਲ ਹੋ ਜਾਂਦਾ ਹੈ। ਸੋ ਬੇਰੀ ਦਾ ਇਹੀ ਗੁਣ ਹੈਗਾ ਕਿ ਇਹਦੀ ਜਿਹੜੀ ਗਰੋਥ ਆ ਉਹ ਬਹੁਤ ਫਾਸਟ ਹੁੰਦੀ ਆ। ਜਿਸ ਤਰ੍ਹਾਂ ਆਪਾਂ ਪ੍ਰੂਨਿੰਗ ਕੀਤੀ ਆ, ਮਈ ਦੇ ਵਿੱਚ ਪ੍ਰੂਨਿੰਗ ਕਰਦੇ ਆ ਤਾਂ ਤੁਹਾਨੂੰ ਜੁਲਾਈ ਦੇ ਵਿੱਚ ਦੁਬਾਰਾ ਫਿਰ ਲੋੜ ਮਹਿਸੂਸ ਹੋ ਜਾਂਦੀ ਹੈ ਵੀ ਕਿ ਟਾਹਣੀਆਂ ਥੱਲੇ ਆਈਆਂ, ਥੱਲੇ ਆਪਾਂ ਇਹਨੂੰ ਛਾਂਗੀਏ। ਸੋ ਇੰਨੀ ਜ਼ਿਆਦਾ ਗਰੋਥ ਹੁੰਦੀ ਹੈ, ਕੋਈ ਪ੍ਰੋਬਲਮ ਨਹੀਂ। ਬੇਰੀ ਦਾ ਜਿਹੜਾ ਵਾਧਾ ਉਹ ਬੇਅਥਾਹ ਹੁੰਦਾ ਹੈ। ਇੰਨੇ ਵਾਧੇ ਕਰਕੇ ਇਹਦੇ ਤੇ ਥੋੜਾ ਜਿਹਾ ਲਾਖ ਤੇ ਜਿਹੜੇ ਬਾਕੀ ਕੀੜੇ ਉਹ ਵੀ ਥੋੜਾ ਜ਼ਿਆਦਾ ਹਮਲਾ ਕਰਦੇ ਆ, ਕਿਉਂਕਿ ਕੱਚੀ ਟਾਹਣੀ ਤੇ ਨਵੇਂ ਕੀੜੇ ਆਉਣੇ ਹੀ ਆਉਣੇ। ਇਸੇ ਮਕਸਦ ਦੇ ਵਿੱਚ ਹੀ ਅਸੀਂ ਜਿਹੜਾ ਹੈਗਾ ਮਈ ਦੇ ਵਿੱਚ ਮਹੀਨੇ ਦੇ ਵਿੱਚ ਤੇ ਫਿਰ ਅਸੀਂ ਸਤੰਬਰ ਦੇ ਮਹੀਨੇ ਦੇ ਵਿੱਚ ਇਹਦੀ ਜਿਹੜੀ ਕਾਂਟ ਛਾਂਟ ਕਰਕੇ ਇਹਦੇ ਵਿੱਚੋਂ ਅਸੀਂ ਬਿਮਾਰੀ ਕੱਢ ਦਿੰਦੇ ਆ। ਕਿਉਂਕਿ ਹੁਣ ਇਹਨੂੰ ਦੇਖੋ ਤੁਸੀਂ ਫੁੱਲ ਲੱਗ ਰਹੇ ਆ, ਇਸ ਤੋਂ ਬਾਅਦ ਫਲ ਪੈਣਾ, ਫਿਰ ਫਲ ਪੱਕਣਾ ਹੈ। ਜੇ ਅਸੀਂ ਇਹਦੇ ਤੇ ਕੀੜੇ ਮਕੌੜੇ ਬਿਮਾਰੀਆਂ ਰਹਿਣ ਦਿੱਤੀਆਂ ਤਾਂ ਸਾਡਾ ਜਿਹੜਾ ਹੈਗਾ ਉਹ ਨੁਕਸਾਨ ਹੋ ਸਕਦਾ ਹੈ। ਸੋ ਇਸ ਵਾਸਤੇ ਅਸੀਂ ਇਹਦੇ ਉੱਤੇ ਜਿਹੜੇ ਹੈਗਾ ਹੈ ਜੈਵਿਕ ਪਦਾਰਥਾਂ ਦੇ ਨਾਲ, ਜਿਸ ਤਰ੍ਹਾਂ ਨਿੰਮ ਤੋਂ ਬਣੇ ਪ੍ਰੋਡਕਟਸ ਅਸੀਂ ਉਹ ਵਰਤ ਕੇ ਆ, ਇਸੇ ਤਰ੍ਹਾਂ ਜੈਵਿਕ ਖਾਦਾਂ ਵਗੈਰਾ ਵਰਤ ਕੇ ਕੋਸ਼ਿਸ਼ ਕਰਦੇ ਕਿ ਕੈਮੀਕਲ ਫਰੀ ਕੋਈ ਇਹਦੇ ਵਿੱਚ ਅਸੀਂ ਰਸਾਇਣ ਨਾ ਵਰਤੀਏ ਤਾਂ ਇਹਨਾਂ ਦੀ ਜਿਹੜੀ ਕੱਟ ਕੇ ਬਿਮਾਰੀ ਕੱਢੀਏ, ਕੱਟ ਕੇ ਕੀੜਾ ਕੱਢੀਏ, ਜਾਂ ਅਸੀਂ ਨਿੰਮ ਤੋਂ ਜਾਂ ਹੋਰ ਜੈਵਿਕ ਪਦਾਰਥਾਂ ਤੋਂ ਬਣੇ ਜਿਹੜੇ ਪ੍ਰੋਡਕਟਸ ਆ ਉਹਨਾਂ ਦੀ ਵਰਤੋਂ ਕਰਕੇ ਇਹਦੇ ਵਿੱਚ ਕੀੜੇ ਨੂੰ ਅਸੀਂ ਕਾਬੂ ਹੇਠ ਰੱਖੀਏ। ਸਾਡਾ ਇੰਨੀ ਸੋਚ ਸੀਗੀ ਕਿ ਅਸੀਂ ਬੇਰੀ ਦੀ ਦਿੱਖ ਖਰਾਬ ਨਹੀਂ ਕਰਨੀ, ਇਹਦੀ ਦਿੱਖ ਪੁਰਾਤਨ ਰੱਖਣੀ ਆ। ਨਹੀਂ ਤਾਂ ਜੇ ਅਸੀਂ ਇਹਨੂੰ ਨਵਿਆਉਣਾ ਹੁੰਦਾ ਨਾ ਤੇ ਹੁਣ ਤੱਕ ਅਸੀਂ ਇਹ ਬੇਰੀਆਂ ਐਂ ਲੱਗਦੀਆਂ ਕਿ ਜਿਵੇਂ 10 ਸਾਲ ਪਹਿਲਾਂ ਲਾਈਆਂ ਸੀ। ਅਸੀਂ ਇਹਨੂੰ ਨਵਿਆ ਸਕਦੇ ਪੂਰੀ ਤਰ੍ਹਾਂ, ਸਾਡੇ ਕੋਲ ਟੈਕਨੋਲੋਜੀ ਹੈਗੀ ਆ। ਫਿਰ ਸਾਨੂੰ ਰਿਸਕ ਸੀ ਕਿ ਸਾਡੇ ਇਹਨਾਂ ਸਾਰੇ ਜਿਹੜੇ ਅਸੀਂ ਕੰਮ ਕਰ ਰਹੇ ਆ ਇਹਦੇ ਕਰਕੇ ਕਿਤੇ ਕੱਲ ਨੂੰ ਰੱਬ ਨਾ ਕਰੇ ਇਹ ਬੇਰੀਆਂ ਜਿਹੜੀਆਂ ਨੇ ਸਾਡੇ ਤੋਂ ਵਿਦਾ ਨਾ ਲੈ ਲੈਣ, ਇਸ ਦੁਨੀਆ ਤੋਂ ਰੁਖਸਤ ਨਾ ਹੋ ਜਾਣ। ਸੋ ਇਸ ਦੀ ਪੁਰਾਤਨ ਦਿੱਖ ਨੂੰ ਬਚਾ ਕੇ ਰੱਖਣਾ ਤੇ ਸੋਕ ਕੱਢਣੀ, ਇੱਕ ਦੋ ਕੰਮ ਅਲੱਗ-ਅਲੱਗ ਸੀ। ਸੋ ਅਸੀਂ ਕੀ ਕਰਦੇ ਸੀ, ਹਰ 15-20 ਦਿਨ 25 ਦਿਨ ਬਾਅਦ ਆਉਂਦੇ ਸੀ। ਇਹ ਤਿੰਨੇ ਬੇਰੀਆਂ ਆਈਸੋਲੇਟਡ ਨੇ, ਇਹ ਕਿਸੇ ਬਾਗ 'ਚ ਨਹੀਂ ਲੱਗੀਆਂ, ਲਾਗੇ ਚਾਗੇ ਕੋਈ ਹੋਰ ਬੇਰ ਦਾ ਰੁੱਖ ਨਹੀਂ ਹੈਗਾ ਜਿੱਥੋਂ ਬਿਮਾਰੀ ਟਰਾਂਸਫਰ ਹੋ ਕੇ ਆ ਸਕੇ। ਇਸ ਕਰਕੇ ਬਿਮਾਰੀ ਦਾ ਸਾਨੂੰ ਕਦੇ ਵੀ ਕੋਈ ਪ੍ਰੋਬਲਮ ਨਹੀਂ ਆਈ, ਕੀਟ ਦੀ ਆਈ। ਸੋ ਪਹਿਲਾਂ ਅਸੀਂ ਸ਼ੁਰੂ ਕੀਤਾ ਜੀ, ਅਸੀਂ ਹਰ 15-20 ਦਿਨ ਬਾਅਦ ਆਉਣਾ, ਉੱਤੇ ਵਾਲੀ ਹਰਿਆਵਲ ਰੱਖ ਕੇ ਥੱਲੇ ਵਾਲੀ ਸੋਕ ਕੱਢ ਜਾਣੀ। ਕਰਦਿਆਂ 2 ਸਾਲ ਦੇ ਵਿੱਚ ਗੁਰੂ ਰਾਮਦਾਸ ਨੇ ਇੰਨੀ ਕੁ ਕਿਰਪਾ ਕੀਤੀ ਵੀ ਜਦੋਂ ਅਸੀਂ ਸੋਕ ਕੱਢਤੀ, ਅਸੀਂ ਜਿਹੜਾ ਸਭ ਤੋਂ ਸੇਫ ਕੈਮੀਕਲ ਹੁੰਦੇ ਆ ਜਿਨ੍ਹਾਂ 'ਚ ਨਿੰਮ ਹੋ ਜਾਂਦੀ ਆ ਜਾਂ ਬਹੁਤ ਜਿਹੜੇ ਕੈਮੀਕਲ ਨੇ ਜਿਹੜੇ ਬਹੁਤ ਜਲਦੀ ਮਿੱਟੀ 'ਚ ਨਿਊਟਰਲਾਈਜ਼ ਹੋ ਜਾਂਦੇ ਆ, ਅਸੀਂ ਉਹਨਾਂ ਕੈਮੀਕਲ ਦੇ ਨਾਲ ਇਹਨਾਂ ਨੂੰ ਸਟਰਲਾਈਜ਼ ਕੀਤਾ। ਜੇ ਸਾਨੂੰ ਕਦੇ ਕੋਈ ਦਵਾਈ ਇਦਾਂ ਦੀ ਪਾਉਣੀ ਪਈ ਵੀ ਜਿਹੜੀ ਜ਼ਹਿਰੀਲੀ ਕੈਟੇਗਰੀ 'ਚ ਆਉਂਦੀ ਆ, ਹਾਲਾਂਕਿ ਜ਼ਹਿਰੀਲੀ ਨਹੀਂ ਹੁੰਦੀ,
ਜ਼ਹਿਰੀਲੀ ਕੈਟਾਗਰੀ ਚ ਆਉਂਦੀ ਆ ਤੇ ਅਸੀਂ ਬੇਰੀ ਨੂੰ ਪੂਰੀ ਤਰ੍ਹਾਂ ਲਿਫਾਫੇ ਨਾਲ ਆਈਸੋਲੇਟ ਕਰਕੇ ਉਹਦੇ ਤਣੇ ਨੂੰ ਸਿਰਫ ਨਵਾਇਆ ਜਾਂ ਜੜ੍ਹਾਂ 'ਚ ਪਾਇਆ ਤਾਂ ਕਿ ਜਿੱਥੇ ਸਾਡਾ ਹੱਥ ਨਹੀਂ ਪਹੁੰਚਦਾ, ਜਿੱਥੇ ਸਾਡੀ ਦਵਾਈ ਨਹੀਂ ਪਹੁੰਚਦੀ, ਉੱਥੇ ਇਹ ਥੋੜਾ ਜਿਹਾ ਜ਼ਹਿਰੀ ਮਾਦਾ ਜਾ ਕੇ ਉਸ ਚੀਜ਼ ਨੂੰ ਖਤਮ ਕਰਦਾ। ਉਸ ਤੋਂ ਇਲਾਵਾ ਅਸੀਂ ਇਹਦੀ ਹਰ ਸਾਲ ਕਟਾਈ ਜਿਹੜੀ ਆ ਸੁਨਿਸ਼ਚਿਤ ਕੀਤੀ ਵੀ ਹਰ ਸਾਲ ਇਹਨੂੰ ਮਈ ਦੇ ਮਹੀਨੇ 'ਚ ਕੱਟਣਾ। ਮਈ ਦੇ ਮਹੀਨੇ 'ਚ ਕੱਟਣ ਨਾਲ ਕੀ ਆ, ਪੁਰਾਣੀ ਜਿਹੜੀ ਡੈੱਡ ਵੁੱਡ ਆ, ਡਿਜ਼ੀਜ਼ਡ ਵੁੱਡ ਆ, ਨਿਕਲਦੀ ਜਾਂਦੀ ਆ ਤੇ ਨਰੋਈ ਲੱਕੜ ਨੂੰ ਆਉਣ ਦਾ ਟਾਈਮ ਮਿਲਦਾ ਜਾਂਦਾ। ਤੀਜੀ ਚੀਜ਼, ਜਿਹੜੀ ਬੇਰੀ ਦਾ ਤਣਾ ਜਿਹੜਾ ਉੱਪਰੋਂ ਕੈਨਪੀ ਕਹਿ ਲਓ ਜਾਂ ਉਹਨੂੰ ਛਤਰੀ ਕਹਿ ਦਿੰਦੇ ਆ ਪੰਜਾਬੀ 'ਚ, ਉਹ ਜਦੋਂ ਬਹੁਤ ਸੰਘਣੀ ਹੋ ਜਾਂਦੀ ਆ, ਧੁੱਪ ਤੇ ਹਵਾ ਦਾ ਅੰਦਰ ਆਉਣਾ ਬੰਦ ਹੋ ਜਾਂਦਾ, ਜਿਹਦੇ ਕਰਕੇ ਬਿਮਾਰੀਆਂ, ਕੀੜੇ ਅੰਦਰ ਘਰ ਕਰ ਲੈਂਦੇ ਆ। ਅਸੀਂ ਹਰ ਵਾਰੀ ਕਟਾਈ ਕਰਕੇ ਜਾਂਦੇ ਆ ਤੇ ਅਸੀਂ ਵਿੱਚ ਸੁਰਾਖ ਕਰ ਜਾਂਦੇ ਆ, ਜਿਵੇਂ ਘਰਾਂ ਦੇ ਵਿੱਚ ਰੋਸ਼ਨਦਾਨ ਹੁੰਦੇ ਆ, ਔਰ ਰੋਸ਼ਨਦਾਨ ਵਾਂਗੂ ਅਸੀਂ ਸੁਰਾਖ ਕਰ ਜਾਂਦੇ ਆ ਕਿ ਧੁੱਪ ਦੀ ਤੇ ਹਵਾ ਦੀ ਨਿਕਾਸੀ ਜਿਹੜੀ ਆ ਚੱਲਦੀ ਰਵੇ ਤੇ ਅੰਦਰੋਂ ਤੱਕ ਗਰੋਥ ਆਉਂਦੀ ਰਵੇ ਬੂਟੇ ਦੀ। ਪ੍ਰਭ ਹਰ ਮੰਗਲ ਸੋਹਣਾ ਤਿਸ ਮਹਿਮਾਨ ਰਾਗ ਤਿਸ ਮਹਿਮਾਨ ਰਾਗ। ਗੁਰੂ ਰਾਮਦਾਸ ਜੀ ਦੀ ਮਿਹਰ ਤੇ ਜੋ ਸਾਨੂੰ ਥੋੜਾ ਬਹੁਤ ਸਾਡੀ ਜ਼ਿੰਦਗੀ ਦਾ, ਆਪਣੇ ਵਿਸ਼ਿਆਂ ਦਾ, ਕੀਟ ਵਿਗਿਆਨ ਦਾ ਤੇ ਮੇਰੇ ਸਾਥੀ ਜਿਹੜੇ ਬਾਗਬਾਨੀ ਨਾਲ ਨੇ, ਸੋ ਅਸੀਂ ਜੋ ਆਪਣਾ ਤਜਰਬਾ ਸੀ ਜ਼ਿੰਦਗੀ ਦਾ ਇਹਦੇ ਵਿੱਚ ਲਾਇਆ। ਸੋ 2015 ਦੇ ਵਿੱਚ ਜਿਹੜਾ ਇਹਨੂੰ ਬੜੇ ਸਾਲਾਂ ਬਾਅਦ ਬਹੁਤ ਹੀ ਭਰਵਾਂ ਫਰੂਟ ਤਿੰਨਾਂ ਬੇਰੀਆਂ ਨੂੰ ਜਿਹੜਾ ਆਇਆ ਕਿ ਜਿਹਦੇ ਨਾਲ ਸਾਡਾ ਵੀ ਮਨ ਵੀ ਖੁਸ਼ ਹੋਇਆ। ਸਾਨੂੰ ਵੀ ਲੱਗਿਆ ਵੀ ਜੇ ਅਸੀਂ ਆਪਣੇ ਵਿਸ਼ੇ ਦੀ ਜਿਹੜੀ ਸਾਨੂੰ ਥੋੜੀ ਬਹੁਤ ਮੁਹਾਰਤ ਹਾਸਲ ਹੋਈ ਸੀ, ਪਰਮਾਤਮਾ ਨੇ ਸਾਡੀ ਜਿਹੜੀ ਜ਼ਿੰਮੇਵਾਰੀ ਇਹੋ ਜਿਹੇ ਪਿੱਤਰ ਸਥਾਨ ਤੇ ਲਾਈ। ਸੋ ਜਿਹੜੀਆਂ 2015 ਦੇ ਵਿੱਚ ਤਿੰਨੇ ਬੇਰੀਆਂ ਭਰੀਆਂ ਰਹੀਆਂ ਤੇ ਉਸ ਤੋਂ ਬਾਅਦ ਅੱਜ ਦਿਨ ਤੱਕ ਹਮੇਸ਼ਾ ਹੀ ਜਿਹੜੀਆਂ ਤਿੰਨਾਂ ਬੇਰੀਆਂ ਨੂੰ ਬਹੁਤ ਹੀ ਸੋਹਣਾ ਫਲ ਲੱਗਦਾ। ਸੋ ਆਮ ਤੌਰ ਤੇ ਜਿਵੇਂ ਮਾਰਚ ਅਪ੍ਰੈਲ 'ਚ ਬੇਰੀਆਂ ਨੂੰ ਫਲ ਲੱਗਦਾ ਤੇ ਉਦੋਂ ਹੀ SGPC ਵੱਲੋਂ ਨਾਲ ਹੀ ਸੇਵਾਦਾਰ ਰਲ ਕੇ ਆਮ ਤੌਰ ਤੇ ਸੰਗਤ 'ਚ ਹੀ ਫਲ ਨੂੰ ਵੰਡ ਦਿੰਦੇ ਨੇ। ਜਿੱਥੋਂ ਤੱਕ ਸਾਡੀ ਕੈਪੈਸਿਟੀ ਆ, ਅਸੀਂ ਹਰ ਵਾਰ 2 ਇੱਥੋਂ ਸੇਵਾਦਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਲੈਂਦੇ ਹਾਂ, ਬਾਕੀ ਸਾਰਾ ਸਹਿਯੋਗ ਸਾਨੂੰ SGPC ਤੋਂ ਮਿਲਦਾ ਹੈ ਕਿਉਂਕਿ ਇਹਦੇ ਵਾਸਤੇ 5-7 ਬੰਦਿਆਂ ਦੀ ਟੀਮ ਚਾਹੀਦੀ ਆ। ਦਰਖਤ ਬਹੁਤ ਵੱਡੇ ਆ, ਇਹਦੇ ਵਿੱਚੋਂ ਛੋਟੀਆਂ ਬਰੀਕ ਟਾਹਣੀਆਂ ਕੱਢਣ ਤੇ ਟਾਈਮ ਲੱਗਦਾ, ਫਿਰ ਸਪਰੇਅ ਵਗੈਰਾ ਕਰਨੀ ਹੁੰਦੀ ਆ, ਮੈਨੇਜਮੈਂਟ ਕਰਨੀ ਹੁੰਦੀ ਆ। ਸੋ 2 ਬੰਦੇ ਜਿਹੜੇ ਹੈਗੇ ਆ, ਗੁਰਜੰਟ ਸਿੰਘ ਆ ਤੇ ਇਸਦੀਰ ਆ, ਇਹ ਸਾਡੇ ਲਗਾਤਾਰ ਸਾਡੇ ਨਾਲ ਇਹ ਸੇਵਾ ਨਿਭਾ ਰਹੇ ਆ ਕਈ ਸਾਲਾਂ ਤੋਂ। ਇਹ ਸਾਡੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਬਾਗ ਦੇ ਵਿੱਚ ਕਈ ਸਾਲਾਂ ਤੋਂ ਕੰਮ ਕਰਦੇ ਆ, ਇਕੱਲੇ ਬੇਰਾਂ ਤੇ ਨਹੀਂ, ਬਾਕੀ ਫਲਾਂ ਤੇ ਵੀ ਇਹਨਾਂ ਦੀ ਜਿਹੜੀ ਹੈਗੀ ਡਿਊਟੀ ਲਾਈ ਜਾਂਦੀ ਆ। ਉਹਨਾਂ ਦੇ ਬੂਟਿਆਂ ਨੂੰ ਢਾਂਚਾ ਤਿਆਰ ਕਰਨਾ, ਉਹਨਾਂ ਦੇ ਵਿੱਚੋਂ ਸੁੱਕੀਆਂ ਟੁੱਟੀਆਂ ਬਿਮਾਰ ਟਾਹਣੀਆਂ ਕੱਢਣੀਆਂ। ਸੋ ਇਹਨਾਂ ਦਾ ਬਹੁਤ ਨਿੱਜੀ ਤਜਰਬਾ ਹੈ। ਇਹਨਾਂ ਦੇ ਵਿੱਚ ਜਿਹੜਾ ਹੈਗਾ ਕੋਈ ਉਹ ਨਹੀਂ ਹੈਗਾ ਕਿ ਇਹ ਬਿਲਕੁਲ ਜਿਹੜਾ ਹੈਗਾ ਉਹ ਜਾਣਕਾਰੀ ਰੱਖਦੇ ਆ ਇਸ ਮਾਮਲੇ ਦੇ ਵਿੱਚ, ਬਿਲਕੁਲ ਪ੍ਰਤੱਖ ਆ। ਬਾਕੀ ਅਸੀਂ ਜੋ ਉਹਨੂੰ ਡਾਇਰੈਕਸ਼ਨ ਦਿੰਦੇ ਆ ਕਿ ਜਿੰਨੀ ਕੁ ਕਟਾਈ ਕਰਨ ਦੀ ਲੋੜ ਆ ਜਾਂ ਸਪਰੇਅ ਕਰਕੇ ਆਪਾਂ ਕਰਨਾ ਹੈ। ਸੋ ਇਹਨੂੰ ਇੱਕ ਸਰਵਪੱਖੀ ਤਰੀਕੇ ਦੇ ਨਾਲ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਰਵਪੱਖੀ ਤਰੀਕੇ ਦੇ ਨਾਲ ਇਹਦੇ ਨੂੰ ਕਾਬੂ ਹੇਠ ਰੱਖਿਆ ਜਾਵੇ। ਸੋ ਇਹਨਾਂ ਦਾ ਵੀ ਜਿਹੜਾ ਸਟਾਫ ਹੈ ਪਲੱਸ ਲੋਕ ਹੋਰ ਜਿਹੜੇ ਨਾਲ ਸੰਗਤ ਹੈ ਉਹ ਵੀ ਆਪਣੇ ਆਪ ਮੁਹਾਰੇ ਨਾਲ ਜੁੜ ਕੇ ਤੇ ਬਹੁਤ ਸਾਰਿਆਂ ਦੇ ਸੰਗਤ ਦੇ ਸਹਿਯੋਗ ਨਾਲ ਇਹਨਾਂ ਦਾ ਆਪਣਾ ਜਿਹੜਾ ਮੈਨੇਜਰ ਸਾਹਿਬ, ਉਹਨਾਂ ਦਾ ਸਟਾਫ, ਸੋ ਇਹਨਾਂ ਦਾ ਵੀ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ SGPC ਦੇ ਪ੍ਰਧਾਨ ਸਕੱਤਰ ਸਾਹਿਬ ਤੇ ਉਹਨਾਂ ਦਾ ਸਮੂਹ ਮੈਨੇਜਰ ਸਾਹਿਬ ਦਰਬਾਰ ਸਾਹਿਬ ਕੰਪਲੈਕਸ ਦੇ, ਉਹਨਾਂ ਦਾ ਵੀ ਅਸੀਂ ਬੜੇ ਧੰਨਵਾਦੀ ਹਾਂ। ਜੋ ਅਸੀਂ ਉਹਨਾਂ ਨੂੰ ਜਦੋਂ 6 ਮਹੀਨੇ ਪਹਿਲਾਂ ਜਦੋਂ ਅਸੀਂ ਇੱਥੇ ਆਏ ਉਦੋਂ ਅਸੀਂ ਮੈਨੇਜਰ ਸਾਹਿਬ ਨੂੰ ਬੇਨਤੀ ਕਰਕੇ ਗਏ ਸੀ ਵੀ ਆਪਾਂ ਇੱਥੇ ਜੰਗਲਾ ਜਿਹੜਾ ਵਾ ਹੋਰ ਚੰਗੀ ਤਰ੍ਹਾਂ ਲਾਈਏ, ਵਿੱਚ ਸ਼ੀਸ਼ਾ ਵੀ ਲਵਾਇਆ ਗਿਆ। ਸੋ ਜੋ ਸਾਡੀ ਟੀਮ ਇਹਨਾਂ ਨੂੰ ਸਲਾਹ ਮਸ਼ਵਰਾ ਦੇ ਕੇ ਜਾਂਦੀ ਹੈ, ਬੇਨਤੀ ਕਰਦੀ ਹੈ, ਉਹਨਾਂ ਨੂੰ ਨਾਲੋਂ ਨਾਲ ਹੀ ਉਹ ਇੰਪਲੀਮੈਂਟ ਕਰਦੇ ਨੇ। ਸੋ ਉਹੀ ਕੁਝ ਰਲਵੇਂ ਮਿਲਵੇਂ ਜਿਹੜੀ ਟੀਮ ਦੇ ਰੂਪ 'ਚ ਜੋ ਕੰਮ ਹੋ ਰਿਹਾ ਹੈ, ਤਾਂ ਬਹੁਤ ਹੀ ਸਾਨੂੰ ਬੜੀ ਤਸੱਲੀ ਹੈ। ਹਰ ਸਾਜਿਆ ਮੇਰੇ ਕੋਲ ਸ਼ਬਦ ਨਹੀਂ ਹੈਗੇ ਇਸ ਚੀਜ਼ ਨੂੰ ਬਿਆਨ ਕਰਨ ਨੂੰ। ਮੈਂ ਬਿਲਕੁਲ ਨਿਰਸ਼ਬਦ ਹਾਂ ਇਸ ਚੀਜ਼ ਨੂੰ ਬਿਆਨ ਕਰਨ ਨੂੰ ਵੀ ਸਾਡੀ ਇੱਥੇ ਸੇਵਾ ਲੱਗੀ ਹੈ ਤੇ ਅਸੀਂ ਬਹੁਤ ਹੀ ਆਪਣੇ ਆਪ ਨੂੰ ਵਡਭਾਗੀ ਸਮਝਦੇ ਹਾਂ। ਜਿਹੜੇ ਮੇਰੇ ਸਾਥੀ ਨੇ ਉਹਨਾਂ ਦਾ ਤਾਂ ਵਿਸ਼ਾ ਹੀ ਬਾਗਬਾਨੀ ਹੈ, ਪਰ ਮੇਰਾ ਵਿਸ਼ਾ ਕੀਟ ਵਿਗਿਆਨ ਹੈ। ਸ਼ਾਇਦ ਕੋਈ ਪੁਰਾਣੇ ਕੋਈ ਚੰਗੇ ਕੰਮ ਕੀਤੇ ਹੋਣਗੇ ਜਿਹੜੀ ਮੇਰੀ ਪੋਸਟਿੰਗ ਇਸ ਵਿਭਾਗ 'ਚ ਹੋਈ ਬਾਗਬਾਨੀ 'ਚ, ਜਿਹਦੇ ਕਰਕੇ ਮੈਨੂੰ ਵੀ ਇਸ ਟੀਮ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ ਤੇ ਅਸੀਂ ਬੜੇ ਸਾਲਾਂ ਤੋਂ ਭਰਾਵਾਂ ਵਾਂਗੂ ਜਿਹੜਾ ਇੱਥੇ ਆਉਂਦੇ ਹਾਂ, ਪੂਰਾ ਪਲਾਨ ਕਰਦੇ ਹਾਂ। ਕੰਮ ਬਹੁਤ ਔਖਾ ਸੀਗਾ ਜੀ, ਬਸ ਇੱਕ ਸ਼ਰਧਾ ਸੀ, ਅਥਾਹ ਸ਼ਰਧਾ ਸੀ, ਗੁਰੂ ਸਾਹਿਬ ਤੇ ਵਿਸ਼ਵਾਸ ਸੀਗਾ ਕਿ ਸਾਡੀ ਮੈਨੂੰ ਪਰਸਨਲੀ, ਕਿਉਂਕਿ ਮੈਂ ਬੇਰਾਂ ਤੇ ਕੰਮ ਕਰਦਾ ਸੀ, ਸਭ ਤੋਂ ਪਹਿਲਾਂ ਮੈਨੂੰ ਹੀ ਅਪਰੋਚ ਕੀਤਾ ਗਿਆ, ਸਾਰਾ ਕੁਝ ਅਸੀਂ ਕੀਤਾ। ਫਿਰ ਮੇਰੀ ਟੀਮ ਅਸੀਂ ਬਹਿ ਕੇ ਟੀਮ ਬਣਾਈ, ਫਿਰ ਉਹ ਟੀਮ ਦਾ ਜ਼ਿੰਮੇਵਾਰੀ ਵੰਡੀ ਗਈ, ਸ਼ਾਬਾਸ਼ੀ ਵੀ ਵੰਡੀ ਗਈ। ਰੱਬ ਨਾ ਕਰਦਾ ਜੇ ਕੁਝ
ਮਾੜਾ ਹੁੰਦਾ ਤੇ ਉਹ ਵੀ ਚੀਜ਼ ਅਸੀਂ ਵੰਡ ਕੇ ਸਾਰੇ ਸੱਜਣ ਤਿੰਨੇ ਸਾਡੀ ਤਾਂ ਅਸੀਂ ਤੇ ਬਹੁਤ ਰੱਬ ਦੇ ਸ਼ੁਕਰਗੁਜ਼ਾਰ ਆ ਕਿ ਸਾਨੂੰ ਇਹ ਸੇਵਾ ਮਿਲੀ। ਪ੍ਰਭ ਹਰ ਮੰਦਰ ਸੋਹਣਾ, ਪ੍ਰਭ ਹਰ ਮੰਦਰ ਸੋਹਣਾ, ਤਿਸ ਮਹਿਮਾਨ ਤਿਸ ਮਹਿਮਾਨ ਤਿਸ ਮਹਿਮਾਨ ਤਿਸ ਮਹਿਮਾਨ